हाँ जी स्टूडेंट्स, लास्ट टाइम ਤੁਹਾਡੇ ਨਾਲ ਮੋਲੈਰਿਟੀ ਤੇ ਮੋਲੈਲਿਟੀ ਦਾ ਕੁਐਸਚਨ ਡਿਸਕਸ ਕੀਤਾ ਸੀ। ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਸੋਲਿਬਿਲਿਟੀ ਆਫ ਗੈਸਸ ਐਂਡ ਸੋਲਿਡਸ ਇਨ ਲਿਕੁਇਡਸ, ਕਿਉਂਕਿ ਸੋਲਿਊਸ਼ਨਸ ਦਾ ਚੈਪਟਰ ਆਪਾਂ ਡਿਸਕਸ ਕਰ ਰਹੇ ਹਾਂ। ਸੋ ਸੋਲਿਊਸ਼ਨਸ ਜਿਹੜੇ ਨੇ ਉਹਨਾਂ ਦੀ ਸੋਲਿਬਿਲਿਟੀ ਵੀ ਦੇਖੀ ਜਾਂਦੀ ਹੈ। ਸੋਲਿਬਿਲਿਟੀ ਕਿਸ ਨੂੰ ਕਿਹਾ ਜਾਂਦਾ ਹੈ, ਇਸ ਦੀ ਡੈਫੀਨੇਸ਼ਨ ਤੁਹਾਡੇ ਸਾਹਮਣੇ ਲਿਖੀ ਹੋਈ ਹੈ। Solubility of a substance expresses the maximum amount of it which can be dissolved in a specific amount of solvent। ਕਿ ਸੋਲਵੈਂਟ ਦੇ ਵਿੱਚ ਕੋਈ ਸਬਸਟੈਂਸ ਕਿੰਨੀ ਕੁ ਜ਼ਿਆਦਾ ਘੁਲ ਸਕਦੀ ਹੈ ਉਸ ਨੂੰ ਉਹਦੀ ਸੋਲਿਬਿਲਿਟੀ ਕਿਹਾ ਜਾਂਦਾ ਹੈ। ਤੇ ਕੁਝ ਫੈਕਟਰਸ ਹੁੰਦੇ ਨੇ ਜਿਨ੍ਹਾਂ 'ਤੇ ਸੋਲਿਬਿਲਿਟੀ ਡਿਪੈਂਡ ਕਰਦੀ ਹੈ। ਦ ਸੋਲਿਬਿਲਿਟੀ ਆਫ ਅ ਸਬਸਟੈਂਸ ਡਿਪੈਂਡਸ ਅਪੋਨ ਸਮ ਫੈਕਟਰਸ। ਇਹ ਫੈਕਟਰਸ ਜਿਹੜੇ ਨੇ ਡਿਪੈਂਡ ਕਰਦਾ ਹੈ ਕਿ ਉਹ ਸੋਲਿਬਿਲਿਟੀ ਕਿਸੇ ਗੈਸ ਦੀ ਕਿਸੇ ਲਿਕੁਇਡ ਦੇ ਵਿੱਚ ਹੈ ਜਾਂ ਕਿਸੇ ਸੋਲਿਡ ਦੀ ਕਿਸੇ ਲਿਕੁਇਡ ਦੇ ਵਿੱਚ ਹੈ। ਸੋ ਉਹਦੇ ਲਈ ਆ ਫੈਕਟਰਸ ਹੁੰਦੇ ਨੇ ਡਿਫਰੈਂਟ ਨੇਚਰ ਆਫ ਸੋਲਿਊਟ, ਨੇਚਰ ਆਫ ਸੋਲਵੈਂਟ, ਟੈਂਪਰੇਚਰ, ਪ੍ਰੈਸ਼ਰ। ਜੇਕਰ ਸਾਡੇ ਕੋਲ ਸੋਲਿਬਿਲਿਟੀ ਕਿਸੇ ਸੋਲਿਡ ਦੀ ਲਿਕੁਇਡ ਦੇ ਵਿੱਚ ਦੇਖਣੀ ਹੋਵੇ ਤਾਂ ਉੱਥੇ ਇਹ ਹੈ ਕਿ ਜੋ ਸੋਲਿਊਟ ਹੈ ਇਸ ਦਾ ਇੱਕ ਰਿਲੇਸ਼ਨ ਜੋ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਪਹਿਲਾਂ ਵੀ ਕਿ ਲਾਈਕ ਡਿਜ਼ੋਲਵਸ ਲਾਈਕ। ਜਿਹੋ ਜਿਹਾ ਸੋਲਿਊਟ ਅਤੇ ਸੋਲਵੈਂਟ ਜੇਕਰ ਦੋਨਾਂ ਦਾ ਨੇਚਰ ਸੇਮ ਹੈ, ਦੋਨੋਂ ਹੀ ਪੋਲਰ ਨੇ, ਤਾਂ ਸੋਲਿਬਿਲਿਟੀ ਜ਼ਿਆਦਾ ਹੁੰਦੀ ਹੈ। ਇੱਕ ਪੋਲਰ ਹੈ ਦੂਜਾ ਨੋਨ ਪੋਲਰ ਹੈ ਤਾਂ ਸੋਲਿਬਿਲਿਟੀ ਨਹੀਂ ਹੋ ਪਾਉਂਦੀ। ਸੋ ਲਾਈਕ ਡਿਜ਼ੋਲਵਸ ਲਾਈਕ ਦਾ ਫਿਨੋਮੀਨਾ ਇੱਥੇ ਲੱਗਦਾ ਹੈ। ਇਸੇ ਤਰ੍ਹਾਂ ਨੇਚਰ ਆਫ ਸੋਲਵੈਂਟ, ਕਿ ਸੋਲਵੈਂਟ ਜੋ ਹੈ ਉਸਦੀ ਕਪੈਸਿਟੀ ਕਿੰਨੀ ਕੁ ਹੈ, ਕਿੰਨਾ ਕੁ ਜ਼ਿਆਦਾ ਉਹ ਕਿਸੇ ਸਬਸਟੈਂਸ ਨੂੰ ਆਪਣੇ ਅੰਦਰ ਡਿਜ਼ੋਲਵ ਕਰ ਸਕਦਾ ਹੈ, ਇਸ ਦੇ ਨੇਚਰ 'ਤੇ ਵੀ ਡਿਪੈਂਡ ਕਰਦਾ ਹੈ। ਟੈਂਪਰੇਚਰ ਜੇਕਰ ਦੇਖਿਆ ਜਾਵੇ ਕਿ ਸੋਲਿਡਸ ਦੀ ਜੇਕਰ ਲਿਕੁਇਡਸ ਦੇ ਵਿੱਚ ਸੋਲਿਬਿਲਿਟੀ ਦੇਖਣੀ ਹੋਵੇ ਤਾਂ ਜਿੰਨਾ ਜ਼ਿਆਦਾ ਟੈਂਪਰੇਚਰ ਉਨੀ ਹੀ ਸੋਲਿਬਿਲਿਟੀ ਵੀ ਜ਼ਿਆਦਾ। ਜੇਕਰ ਗੈਸਸ ਦੀ ਸੋਲਿਬਿਲਿਟੀ ਲਿਕੁਇਡਸ ਦੇ ਵਿੱਚ ਦੇਖਣੀ ਹੋਵੇ ਫਿਰ ਟੈਂਪਰੇਚਰ ਦਾ ਰਿਲੇਸ਼ਨ ਚੇਂਜ ਹੋ ਜਾਂਦਾ, ਕਿਉਂਕਿ ਟੈਂਪਰੇਚਰ ਵਧਾਉਣ ਦੇ ਨਾਲ ਗੈਸਸ ਦੀ ਜੋ ਕਾਈਨੈਟਿਕ ਐਨਰਜੀ ਹੁੰਦੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ, ਜਿਸ ਕਰਕੇ ਉਹ ਲਿਕੁਇਡਸ ਦੇ ਵਿੱਚ ਸੋਲੇਬਲ ਨਹੀਂ ਹੋ ਸਕਦੇ। ਜੇਕਰ ਟੈਂਪਰੇਚਰ ਆਪਾਂ ਘਟਾ ਦਿੰਦੇ ਹਾਂ ਫਿਰ ਗੈਸਸ ਜੇਕਰ ਜਿਹੜੀਆਂ ਨੇ ਉਹ ਕੰਪਰੈਸ ਹੋ ਜਾਂਦੀਆਂ, ਗੈਸਸ ਇਕੱਠੀਆਂ ਹੋ ਜਾਂਦੀਆਂ, ਲਿਕੁਇਡ ਫਾਰਮ 'ਚ ਕਨਵਰਟ ਹੋ ਜਾਂਦੀਆਂ, ਜਿਹਦੇ ਕਰਕੇ ਉਹ ਲਿਕੁਇਡਸ ਦੇ ਵਿੱਚ ਸੋਲੇਬਲ ਹੋ ਸਕਦੀਆਂ ਨੇ। ਇਸੇ ਤਰ੍ਹਾਂ ਪ੍ਰੈਸ਼ਰ ਦਾ ਫਿਨੋਮੀਨਾ ਹੈ। ਜੇਕਰ ਸੋਲਿਬਿਲਿਟੀ ਸੋਲਿਡਸ ਦੀ ਲਿਕੁਇਡ ਦੇ ਵਿੱਚ ਦੇਖੀ ਜਾਵੇ ਤਾਂ ਪ੍ਰੈਸ਼ਰ ਦਾ ਕੋਈ ਇਫੈਕਟ ਨਹੀਂ ਹੁੰਦਾ, ਬਟ ਜੇਕਰ ਗੈਸਸ ਦੀ ਸੋਲਿਬਿਲਿਟੀ ਲਿਕੁਇਡਸ ਦੇ ਵਿੱਚ ਦੇਖਣੀ ਹੋਵੇ ਤਾਂ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ ਕਿ ਜਿੰਨਾ ਜ਼ਿਆਦਾ ਪ੍ਰੈਸ਼ਰ ਹੋਊਗਾ ਉਨੀ ਹੀ ਕਿਸੇ ਗੈਸ ਦੀ ਕਿਸੇ ਲਿਕੁਇਡ ਦੇ ਵਿੱਚ ਸੋਲਿਬਿਲਿਟੀ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਆਪਾਂ ਕੋਲਡ ਡਰਿੰਕਸ ਦੇਖਦੇ ਹਾਂ ਕਿ ਕੋਲਡ ਡਰਿੰਕਸ ਜਿਹੜੇ ਨੇ ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਫਿਲ ਕੀਤੀ ਹੁੰਦੀ ਹੈ। ਜਿੰਨਾ ਜ਼ਿਆਦਾ ਹਾਈ ਪ੍ਰੈਸ਼ਰ ਹੁੰਦਾ ਹੈ ਉਨੀ ਹੀ ਕਾਰਬਨ ਡਾਈਆਕਸਾਈਡ ਗੈਸ ਦੀ ਸੋਲਿਬਿਲਿਟੀ ਗੈਸ ਲਿਕੁਇਡ ਦੇ ਵਿੱਚ ਜ਼ਿਆਦਾ ਹੁੰਦੀ ਹੈ। ਸੋ ਇਹ ਫੈਕਟਰਸ ਨੇ। ਨੈਕਸਟ ਟੌਪਿਕ ਜੋ ਹੈ ਉਹ ਆਪਾਂ ਡਿਸਕਸ ਕਰਾਂਗੇ ਸੋਲਿਬਿਲਿਟੀ ਆਫ ਗੈਸਸ ਇਨ ਲਿਕੁਇਡਸ। ਇਹ ਗੈਸਸ ਜਿਹੜੀਆਂ ਨੇ ਉਹਨਾਂ ਦੀ ਸੋਲਿਬਿਲਿਟੀ ਲਿਕੁਇਡ ਦੇ ਵਿੱਚ ਕਿਵੇਂ ਹੋ ਪਾਉਂਦੀ ਹੈ। ਇਸ ਦੇ ਲਈ ਇੱਕ ਲਾ ਹੈ ਹੈਨਰੀਜ਼ ਲਾ, ਇਹ ਆਪਾਂ ਇੱਥੇ ਡਿਸਕਸ ਕਰਾਂਗੇ। ਇਹ +1 ਦੇ ਵਿੱਚ ਵੀ ਆਉਂਦਾ ਹੈ ਹੈਨਰੀਜ਼ ਲਾ। ਡੈਫੀਨੇਸ਼ਨ ਪਹਿਲਾਂ ਦੇਖੀਏ ਆਪਾਂ ਇਸ ਦੀ। ਇਟ ਸਟੇਟਸ ਦੈਟ ਦ ਮਾਸ ਆਫ ਦ ਗੈਸ dissolved per unit volume of the solvent at a constant temperature is directly proportional to the pressure of the gas in equilibrium with the solution। मीनिंग क्या है इसका कि कोई भी गैस जो है उसका मास उन्ना ही ज़्यादा गैस ਦੇ ਵਿੱਚ ਸੋਲੇਬਲ ਹੋਊਗਾ ਜਿੰਨਾ ਉਸ ਗੈਸ ਦੇ ਉੱਤੇ ਪ੍ਰੈਸ਼ਰ ਆਪਾਂ ਪਾਵਾਂਗੇ। ਤੇ ਇਸ ਦੇ ਲਈ ਇੱਕ ਮੈਥਮੈਟਿਕਲੀ ਦਾ ਫਾਰਮੂਲਾ ਵੀ ਹੈ ਦਿੱਤਾ ਹੋਇਆ। ਜੇਕਰ if m is the mass of the gas and p is the pressure of the gas then according to Henry's law mass is directly proportional to pressure, but ਇੱਕ ਕੰਡੀਸ਼ਨ ਹੁੰਦੀ ਹੈ at constant temperature ਕਿ ਜਿੰਨਾ ਜ਼ਿਆਦਾ ਗੈਸ ਦਾ ਮਾਸ ਹੈ ਉਹ ਤਾਂ ਹੀ ਗੈਸ ਦੇ ਵਿੱਚ ਸੋਲੇਬਲ ਹੋ ਸਕਦਾ ਹੈ ਜਿੰਨਾ ਉਸਦਾ ਪ੍ਰੈਸ਼ਰ ਜ਼ਿਆਦਾ ਹੋਊਗਾ। ਪਹਿਲਾਂ ਹੀ ਤੁਹਾਨੂੰ ਮੈਂ ਐਗਜ਼ਾਮਪਲ ਦੱਸੀ ਹੈ ਕਿ ਕਾਰਬਨ ਡਾਈਆਕਸਾਈਡ ਗੈਸ ਜੋ ਹੈ ਉਹ ਕੋਲਡ ਡਰਿੰਕਸ ਦੇ ਵਿੱਚ ਜਾਂ ਹੋਰ ਲਿਕੁਅਰਸ ਜਿੰਨੇ ਵੀ ਹੁੰਦੇ ਆ, ਕਾਰਬੋਨੇਟਡ ਬੇਵਰੇਜਸ ਹੁੰਦੇ ਨੇ ਜਿਹੜੇ, ਜਿਵੇਂ ਬੀਅਰ ਹੋ ਗਈ, ਸ਼ੈਂਪੇਨ ਹੋ ਗਈ, ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦਾ ਮਾਸ ਉਨਾ ਹੀ ਜ਼ਿਆਦਾ ਸੋਲੇਬਲ ਹੁੰਦਾ ਹੈ ਜਿੰਨਾ ਗੈਸ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ। ਸੋ ਇਹ ਹੈ ਹੈਨਰੀਜ਼ ਲਾ। ਅਤੇ ਇਸੇ ਤਰ੍ਹਾਂ ਜੇਕਰ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਦਿੰਦੇ ਹਾਂ ਤਾਂ ਇੱਕ ਪ੍ਰਪੋਰਸ਼ਨੈਲਿਟੀ ਕਾਂਸਟੈਂਟ KH ਇੱਥੇ ਲਗਾ ਦਿੱਤਾ ਜਾਂਦਾ ਹੈ। ਇਸ ਨੂੰ ਹੈਨਰੀਜ਼ ਲਾ ਕਾਂਸਟੈਂਟ ਦਾ ਨਾਮ ਵੀ ਦਿੱਤਾ ਜਾਂਦਾ ਹੈ। ਅਤੇ ਇਸ ਤੋਂ ਬਾਅਦ ਕੁਛ ਲਿਮਿਟੇਸ਼ਨਸ ਹੁੰਦੀਆਂ ਨੇ ਹੈਨਰੀਜ਼ ਲਾ ਦੀਆਂ।
ਸੋ ਇਹਨਾਂ ਦੀ ਬਹੁਤੀ ਜ਼ਿਆਦਾ ਐਪਲੀਕੇਬਿਲਿਟੀ ਜੋ ਹੈ ਉਹ ਨਹੀਂ ਹੁੰਦੀ, ਉਹ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਮੇਨ ਜੋ ਹੈ ਇਸ ਤੋਂ ਬਾਅਦ ਨੈਕਸਟ ਅਗਲਾ ਟੌਪਿਕ ਉਹ ਹੈ ਐਪਲੀਕੇਸ਼ਨਸ ਆਫ ਹੈਨਰੀਜ਼ ਲਾ। ਇਹ ਟੌਪਿਕ ਇੰਪੋਰਟੈਂਟ ਹੈ ਕਿ ਹੈਨਰੀਜ਼ ਲਾ ਦੀਆਂ ਐਪਲੀਕੇਸ਼ਨਸ ਕੀ ਨੇ, ਕਿੱਥੇ ਐਪਲੀਕੇਬਲ ਹੁੰਦਾ। ਸਭ ਤੋਂ ਪਹਿਲਾਂ ਹੈ ਇਨ ਦਾ ਪ੍ਰੋਡਕਸ਼ਨ ਆਫ ਕਾਰਬੋਨੇਟਡ ਬੇਵਰੇਜਸ। ਹੁਣੇ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਜਿੰਨੇ ਵੀ ਕਾਰਬੋਨੇਟਡ ਬੇਵਰੇਜਸ ਹੁੰਦੇ ਨੇ, ਮੀਨਸ ਕੋਲਡ ਡਰਿੰਕ, ਬੀਅਰ, ਸ਼ੈਂਪੇਨ, ਸੋਡਾ ਵਾਟਰ ਜਿਹਨੂੰ ਆਪਾਂ ਖਾਰਾ ਸੋਡੇ ਦੇ ਨਾਮ ਵੀ ਦਿੱਤਾ ਜਾਂਦਾ ਹੈ। ਸੋ ਇਹਨਾਂ ਸਾਰਿਆਂ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਜੋ ਹੈ ਉਹ ਫਿਲ ਕੀਤੀ ਹੁੰਦੀ ਹੈ। ਸੋ ਕਾਰਬਨ ਡਾਈਆਕਸਾਈਡ ਗੈਸ ਤਾਂ ਹੀ ਫਿਲ ਕੀਤੀ ਜਾ ਸਕਦੀ ਹੈ ਜੇਕਰ ਆਪਾਂ ਗੈਸ ਦਾ ਪ੍ਰੈਸ਼ਰ ਹਾਈ ਕਰੀਏ, ਤਾਂ ਉਸ ਨੂੰ ਬੋਟਲਸ ਦੇ ਵਿੱਚ ਫਿਲ ਕੀਤਾ ਜਾ ਸਕਦਾ ਹੈ। ਸੋ ਇਸ ਦੇ ਲਈ ਇਹ ਜੋ ਲਿਖਿਆ ਹੋਇਆ ਉਹ ਇੱਕ ਵਾਰ ਦੱਸ ਦਿੰਦਾ ਮੈਂ ਤੁਹਾਨੂੰ। ਟੂ ਇਨਕਰੀਜ਼ ਦ ਸੋਲਿਬਿਲਿਟੀ ਆਫ ਕਾਰਬਨ ਡਾਈਆਕਸਾਈਡ ਗੈਸ ਇਨ ਸੌਫਟ ਡਰਿੰਕਸ, ਸੋਡਾ ਵਾਟਰ, ਬੀਅਰ, ਸ਼ੈਂਪੇਨ, ਦ ਬੋਟਲਸ ਆਰ ਸੀਲਡ ਅੰਡਰ ਹਾਈ ਪ੍ਰੈਸ਼ਰ। ਹਾਈ ਪ੍ਰੈਸ਼ਰ 'ਤੇ ਬੋਟਲਸ ਨੂੰ ਸੀਲ ਕਰਨਾ ਪੈਂਦਾ ਹੈ ਜਦੋਂ ਕਾਰਬਨ ਡਾਈਆਕਸਾਈਡ ਗੈਸ ਫਿਲ ਕਰਨੀ ਹੋਵੇ। ਐਂਡ ਵੈਨ ਦਾ ਬੋਟਲ ਇਜ਼ ਓਪਨ ਅੰਡਰ ਨਾਰਮਲ ਪ੍ਰੈਸ਼ਰ, ਦੈਨ ਕਾਰਬਨ ਡਾਈਆਕਸਾਈਡ ਗੈਸ ਬਬਲਸ ਆਊਟ ਫਰੋਮ ਦਾ ਸੋਲਿਊਸ਼ਨ। ਆਪਾਂ ਦੇਖਦੇ ਵੀ ਹਾਂ ਕਿ ਜਦੋਂ ਕੋਲਡ ਡਰਿੰਕਸ ਦੀ ਬੋਟਲ ਜਦੋਂ ਓਪਨ ਕੀਤੀ ਜਾਂਦੀ ਹੈ ਤਾਂ ਇੱਕਦਮ ਨੀਚੇ ਤੋਂ ਬਬਲਸ ਜਿਹੜੇ ਨੇ ਉੱਪਰ ਤੱਕ ਆਉਣੇ ਸ਼ੁਰੂ ਹੋ ਜਾਂਦੇ ਆ। ਮੀਨਸ ਕਾਰਬਨ ਡਾਈਆਕਸਾਈਡ ਗੈਸ ਪਹਿਲਾਂ ਜੋ ਲਿਕੁਇਡ ਫਾਰਮ 'ਚ ਹੁੰਦੀ ਹੈ ਉਹ ਦੁਬਾਰਾ ਫਿਰ ਗੈਸ਼ੀਅਸ ਫਾਰਮ ਦੇ ਵਿੱਚ ਕਨਵਰਟ ਹੋ ਕੇ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਦੂਜੀ ਐਪਲੀਕੇਸ਼ਨ ਹੈ ਇਹਦੀ ਇਨ ਡੀਪ ਸੀ ਡਾਈਵਿੰਗ। ਡੀਪ ਸੀ ਡਾਈਵਿੰਗ ਜੋ ਡੂੰਘੇ ਸਮੁੰਦਰ ਦੇ ਵਿੱਚ ਗੋਤਾਖੋਰ ਜਾਂਦੇ ਨੇ, ਉਹ ਉੱਥੇ ਵੀ ਹੈਨਰੀਜ਼ ਲਾ ਜੋ ਹੈ ਐਪਲੀਕੇਬਲ ਹੁੰਦਾ ਹੈ। ਕਿਸ ਤਰ੍ਹਾਂ ਆ ਲਿਖਿਆ ਹੋਇਆ ਸਾਰਾ ਕੁਛ, ਅਤੇ ਇਹ ਬਾਅਦ 'ਚ ਤੁਹਾਨੂੰ ਪੜ੍ਹ ਕੇ ਦੱਸਦਾ। ਪਹਿਲਾਂ ਇਹਦਾ ਜੋ ਮੀਨਿੰਗ ਹੈ ਉਹ ਜੋ ਸਾਰਾ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਜਿੰਨੇ ਵੀ ਡੀਪ ਸੀ ਡਾਈਵਰਸ ਹੁੰਦੇ ਨੇ, ਜਦੋਂ ਉਹ ਨੀਚੇ ਜਾਂਦੇ ਆ ਸਮੁੰਦਰ ਦੇ ਵਿੱਚ, ਤਾਂ ਉਹ ਆਪਣੇ ਨਾਲ ਆਕਸੀਜਨ ਗੈਸ ਦਾ ਸਿਲੰਡਰ ਲੈ ਕੇ ਜਾਂਦੇ ਨੇ। ਅਤੇ ਉਹ ਜੋ ਸਿਲੰਡਰ ਹੁੰਦਾ ਹੈ ਆਰਟੀਫਿਸ਼ੀਅਲ ਆਕਸੀਜਨ ਗੈਸ ਦਾ, ਉਸ ਦੇ ਵਿੱਚ ਖਾਲੀ ਆਕਸੀਜਨ ਹੀ ਨਹੀਂ, ਨਾਈਟ੍ਰੋਜਨ ਵੀ ਫਿਲ ਕੀਤੀ ਜਾਂਦੀ ਹੈ। ਅਤੇ ਨਾਈਟ੍ਰੋਜਨ ਗੈਸ ਜੋ ਹੈ ਉਹ ਜਿਵੇਂ ਜਿਵੇਂ ਪ੍ਰੈਸ਼ਰ ਵੱਧਦਾ ਜਾਂਦਾ ਹੈ, ਉਹ ਸਾਡੀ ਬਾਡੀ ਦੇ ਵਿੱਚ ਜਿਹੜਾ ਬਲੱਡ ਹੈ ਉਹਦੇ ਵਿੱਚ ਉਨੀ ਜ਼ਿਆਦਾ ਡਿਜ਼ੋਲਵ ਹੁੰਦੀ ਜਾਂਦੀ ਹੈ। ਜਿੰਨਾ ਨੀਚੇ ਜਾਂਦੇ ਆ ਉਨਾ ਪ੍ਰੈਸ਼ਰ ਵੱਧਦਾ ਜਾਂਦਾ ਹੈ, ਨਾਈਟ੍ਰੋਜਨ ਗੈਸ ਦੀ ਸੋਲਿਬਿਲਿਟੀ ਵੀ ਬਲੱਡ ਦੇ ਵਿੱਚ ਜ਼ਿਆਦਾ ਹੁੰਦੀ ਜਾਂਦੀ ਹੈ। ਅਤੇ ਜਦੋਂ ਫਿਰ ਉਹ ਵਾਪਸ ਆਉਂਦੇ ਨੇ ਉੱਪਰ ਸਰਫੇਸ ਦੇ ਉੱਤੇ, ਤਾਂ ਹੌਲੀ ਹੌਲੀ ਪ੍ਰੈਸ਼ਰ ਘਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਨਾਈਟ੍ਰੋਜਨ ਗੈਸ ਜੋ ਬਲੱਡ ਦੇ ਵਿੱਚ ਲਿਕੁਇਡ ਫਾਰਮ ਦੇ ਵਿੱਚ ਕਨਵਰਟ ਹੋ ਕੇ ਬਲੱਡ ਦੇ ਨਾਲ ਘੁਲੀ ਹੋਈ ਸੀ, ਉਹ ਵੀ ਦੁਬਾਰਾ ਫਿਰ ਮੁੜ ਕੇ ਗੈਸ਼ੀਅਸ ਫਾਰਮ ਦੇ ਵਿੱਚ ਕਨਵਰਟ ਹੁੰਦੀ ਹੈ। ਅਤੇ ਜਦੋਂ ਫਿਰ ਗੈਸ਼ੀਅਸ ਫਾਰਮ ਦੇ ਵਿੱਚ ਕਨਵਰਟ ਹੁੰਦੀ ਹੈ ਤਾਂ ਇੱਕਦਮ ਕੀ ਹੁੰਦਾ ਹੈ ਕਿ ਜੋ ਵੇਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਗੈਸ ਲਿਕੁਇਡ ਫਾਰਮ 'ਚ ਹੈ, ਜਦੋਂ ਪ੍ਰੈਸ਼ਰ ਘਟਣ ਦੇ ਨਾਲ ਉਹ ਗੈਸ਼ੀਅਸ ਫਾਰਮ 'ਚ ਕਨਵਰਟ ਹੋ ਜਾਂਦੀ ਹੈ, ਤਾਂ ਜਿਹੜੀਆਂ ਵੇਨਸ ਨੇ ਉਹ ਇੱਕਦਮ ਸ਼ਰਿੰਕ ਹੋ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਨੇ, ਸੁੰਗੜ ਜਾਂਦੀਆਂ ਨੇ, ਜਿਹਦੇ ਕਰਕੇ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਪੇਨ ਵੀ ਹੁੰਦੀ ਹੈ। ਅਤੇ ਕਈ ਵਾਰ ਇਹ ਹੁੰਦਾ ਕਿ ਜਿਹੜੇ ਡੀਪ ਸੀ ਡਾਈਵਰਸ ਨੇ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ। ਸੋ ਇਸ ਚੀਜ਼ ਨੂੰ ਕਿਉਰ ਕਰਨ ਦੇ ਲਈ ਅੱਜ ਕੱਲ੍ਹ ਨਾਈਟ੍ਰੋਜਨ ਦੀ ਬਜਾਏ ਹੀਲੀਅਮ ਗੈਸ ਜੋ ਹੈ ਉਹਦਾ ਮਿਕਸਚਰ ਆਕਸੀਜਨ ਗੈਸ ਦੇ ਨਾਲ ਬਣਾ ਕੇ ਆਰਟੀਫਿਸ਼ੀਅਲ ਆਕਸੀਜਨ ਗੈਸ ਦੇ ਸਿਲੰਡਰ ਜੋ ਨੇ ਉਹ ਫਿਲ ਕੀਤੇ ਜਾਂਦੇ ਹੈ, ਕਿਉਂਕਿ ਹੀਲੀਅਮ ਗੈਸ ਜੋ ਹੈ ਉਹ ਸਾਡੇ ਬਲੱਡ ਦੇ ਵਿੱਚ ਸੋਲੇਬਲ ਨਹੀਂ ਹੁੰਦੀ। ਸੋ ਇਹੀ ਚੀਜ਼ ਇੱਥੇ ਲਿਖੀ ਹੋਈ ਹੈ, ਸਾਰਾ ਸਾਰ ਜੋ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਹੈ ਤੁਸੀਂ ਇਹ, ਅਤੇ ਇਹਦੇ ਵਿੱਚ ਦੇਖ ਲੈਣਾ ਕੀ ਲਿਖਿਆ ਹੋਇਆ ਇਹ। ਅਤੇ ਇਸ ਤੋਂ ਬਾਅਦ ਇੱਕ ਹੋਰ ਐਪਲੀਕੇਸ਼ਨ ਹੁੰਦੀ ਹੈ ਐਟ ਹਾਈ ਐਲਟੀਚਿਊਡਸ, ਉੱਚੀਆਂ ਥਾਵਾਂ ਦੇ ਉੱਤੇ। ਉੱਚੀਆਂ ਥਾਵਾਂ ਦੇ ਉੱਤੇ ਕਿਵੇਂ ਹੈਨਰੀਜ਼ ਲਾ ਐਪਲੀਕੇਬਲ ਹੈ, ਇਹ ਇੱਕ ਵਾਰ ਪੜ੍ਹ ਕੇ ਸੁਣਾ ਦੇਣਾ ਪਹਿਲਾਂ ਤੁਹਾਨੂੰ। ਐਟ ਹਾਈ ਐਲਟੀਚਿਊਡਸ ਦ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ ਇਜ਼ ਲੈਸ ਦੈਨ ਦੈਟ ਐਟ ਦਾ ਗਰਾਊਂਡ ਲੈਵਲ। ਉੱਚੇ ਪਹਾੜਾਂ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਜੋ ਆਕਸੀਜਨ ਗੈਸ ਹੈ ਉਸ ਦਾ ਪ੍ਰੈਸ਼ਰ ਜੋ ਹੈ ਉਹ ਘਟ ਜਾਂਦਾ ਹੈ। ਇਹ ਨਹੀਂ ਹੈ ਕਿ ਜਿਹੜੇ ਹਿਲ ਸਟੇਸ਼ਨਸ ਨੇ ਉੱਥੇ ਆਕਸੀਜਨ ਘੱਟ ਹੁੰਦੀ ਹੈ। ਕਈ ਵਾਰੀ ਇਹ ਭੁਲੇਖਾ ਹੁੰਦਾ ਸਾਡੇ ਮਾਈਂਡ ਦੇ ਵਿੱਚ ਕਿ ਸ਼ਾਇਦ ਜਿੰਨੀ ਉੱਚੀ ਚਲੇ ਜਾਂਦੇ ਆ ਉਨੀ ਉੱਥੇ ਆਕਸੀਜਨ ਘਟਦੀ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ, ਪ੍ਰੈਸ਼ਰ ਜੋ ਹੈ ਗੈਸਸ ਦਾ ਉਹ ਘਟਦਾ ਜਾਂਦਾ ਹੈ, ਅਤੇ ਉਸ ਦੇ ਕਰਕੇ ਕੀ ਹੁੰਦਾ ਹੈ, ਦਿਸ ਰਿਜ਼ਲਟਸ ਇਨ ਲੋ ਕੰਸਨਟ੍ਰੇਸ਼ਨ ਆਫ ਆਕਸੀਜਨ ਇਨ ਦਾ ਬਲੱਡ। ਉਹਦੇ ਕਰਕੇ ਕੀ ਹੁੰਦਾ ਕਿ ਪ੍ਰੈਸ਼ਰ ਘਟਣ ਦੇ ਨਾਲ ਬਲੱਡ ਦੇ ਵਿੱਚ ਆਕਸੀਜਨ ਗੈਸ ਪੂਰੀ ਤਰ੍ਹਾਂ ਸੋਲੇਬਲ ਨਹੀਂ ਹੋ ਪਾਉਂਦੀ, ਅਤੇ ਜਿਹਦੇ ਕਰਕੇ ਜੋ ਬਲੱਡ ਹੈ ਉਹ ਚੰਗੀ ਤਰ੍ਹਾਂ ਫਲੋ ਨਹੀਂ ਹੋ ਪਾਉਂਦਾ। ਐਂਡ the tissues of that people living at high altitudes are also not wealthy। ਅਤੇ ਜੋ ਟਿਸ਼ੂਜ਼ ਹੁੰਦੇ ਨੇ, ਫਿਰ ਸੈਲਸ ਹੁੰਦੇ ਨੇ ਬਾਡੀ ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ ਤੰਦਰੁਸਤ ਨਹੀਂ ਹੋ ਪਾਉਂਦੇ। the low blood oxygen causes them to become weak and they are unable to think clearly।
ਸੋ ਬਲੱਡ ਦੇ ਵਿੱਚ ਆਕਸੀਜਨ ਦੀ ਕਮੀ ਹੋਣ ਦੇ ਕਰਕੇ ਉਹ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਆ ਅਤੇ ਉਹਨਾਂ ਦੀ ਜੋ ਸੋਚਣ ਸ਼ਕਤੀ ਹੈ ਉਹ ਵੀ ਬਹੁਤ ਘੱਟ ਜਾਂਦੀ ਹੈ। ਐਂਡ ਦਿਸ ਡਿਜ਼ੀਜ਼ ਇਜ਼ ਆਲਸੋ ਨੋਨ ਐਜ਼ ਐਨੋਕਸੀਆ। ਅਤੇ ਇਸ ਡਿਜ਼ੀਜ਼ ਨੂੰ ਕਿ ਉਹ ਸੋਚਣ ਸ਼ਕਤੀ ਜੋ ਘੱਟ ਜਾਂਦੀ ਹੈ ਉਹਨਾਂ ਦੀ, ਇਸ ਡਿਜ਼ੀਜ਼ ਨੂੰ ਨਾਮ ਦਿੱਤਾ ਜਾਂਦਾ ਹੈ ਐਨੋਕਸੀਆ ਦਾ। ਸੋ ਦੀਜ਼ ਆਰ ਦ ਐਪਲੀਕੇਸ਼ਨਸ ਆਫ ਹੈਨਰੀਜ਼ ਲਾ। ਅੱਜ ਲਈ ਇੰਨਾ ਹੀ ਸਹੀ। ਥੈਂਕ ਯੂ।